मेरी वो कितने है? ਕੀ ਹਾਲ ਹੈ ਜੀ ਸਰਦਾਰ ਸਾਹਿਬ, ਠੀਕ ਹੋ? ਹੁਣ ਤੁਸੀਂ ਫੋਟੋ ਨਹੀਂ ਖਿੱਚਦੀ ਮੇਰੀ। ਇਹਨਾਂ ਨੇ ਨਾ ਬਥੇਰੇ ਵਾਰੀ ਸਾਨੂੰ ਸਟਾਈਲ ਬਣਾ ਕੇ ਫੋਟੋਆਂ ਖਿੱਚਦੇ ਰਹੇ ਜਦੋਂ ਮੈਂ ਪਹਿਲੀ ਵਾਰੀ ਐਮਐਲਏ ਬਣਿਆ, ਪਰ ਅਗਲੇ ਦਿਨ ਸਾਰੀ ਦਿਹਾੜੀ ਮੈਂ ਅਖਬਾਰ ਭਾਲਦਾ ਰਹਿੰਦਾ ਸੀ, ਕਿਤੇ ਫੋਟੋ ਨਹੀਂ ਮੈਨੂੰ ਚਾਹੁੰਦੀ ਸੀ। ਤੇ ਅਗਲੇ ਦਿਨ ਫੇਰ ਆ ਜਾਂਦੇ ਕਿ ਨਹੀਂ ਫੋਟੋ ਖਿੱਚਣੀ। ਫਿਰ ਹੌਲੀ ਹੌਲੀ ਪਤਾ ਲੱਗ ਗਿਆ ਫੋਟੋ ਦਾ ਰਾਜ਼ ਕੀ। ਬਦਲ ਗਿਆ ਜ਼ਮਾਨਾ। ਨਹੀਂ ਤੁਹਾਡਾ ਕਸੂਰ ਨਹੀਂ ਹੈ, ਐਵੇਂ ਕਹਿ ਰਹੇ। ਮੈਂ ਤਾਂ ਵੈਸੇ ਤੁਹਾਡੇ ਨਾਲ ਮਜ਼ਾਕ ਕਰ ਰਿਹਾ। ਅੱਜ ਜਿਹੜੀ ਖਿੱਚਣਗੇ ਉਹ ਲੱਗੂਗੀ। ਅੱਛਾ ਜੀ, ਤੁਹਾਡਾ ਸਮਾਂ ਖਰਾਬ ਨਾ ਕਰਦੇ ਹੋਏ ਸਭ ਤੋਂ ਪਹਿਲਾਂ यार एक ना वीर बन के पीछे आज कैमरा पीछे बोले होना आप बात शुरू है देखा वीर बन के चलो ਮੈਂ ਸੋਚਿਆ ਅਸੀਂ ਲੜਦੇ ਹਾਂ ਪਰ ਤੁਸੀਂ ਵੀ ਲੜਦੇ ਹੋ। ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਧੰਨਵਾਦੀ ਹਾਂ ਕਿ ਤੁਸੀਂ ਅੱਜ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। ਐਂਡ ਧੰਨਵਾਦੀ ਇਸ ਕਰਕੇ ਵੀ ਹੈ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤੁਸੀਂ ਆਪਦਾ ਬਹੁਤ ਵੱਡਾ ਯੋਗਦਾਨ ਸਾਡੇ ਮਹਿਕਮੇ ਦੀਆਂ ਜਿਹੜੀਆਂ ਕੰਮ ਸੀ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ। ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ। ਨਾਲ ਹੀ ਨਾਲ ਮੈਂ ਅੱਜ ਮੈਨੂੰ 22ਵਾਂ ਦਿਨ ਹੈ ਮਿਨਿਸਟਰ ਬਣਿਆ, ਸੋ ਮੈਂ ਮਹਿਸੂਸ ਕਰਦਾ ਹਾਂ ਕਿ ਮੇਰਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਚੁਣ ਕੇ ਇੱਥੋਂ ਤੱਕ ਭੇਜਿਆ ਔਰ ਟਰਾਂਸਪੋਰਟ ਮੰਤਰੀ ਬਣਾਇਆ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਆਪਦਾ ਰਿਪੋਰਟ ਕਾਰਡ ਪੇਸ਼ ਕਰੀਏ। ਸੋ ਮੈਂ ਆਪਦੇ ਫਰਜ਼ਾਂ ਦੀ ਪੂਰਤੀ ਕਰਦਾ ਹੋਇਆ 21 ਦਿਨਾਂ ਦਾ, ਕਿਉਂਕਿ ਅੱਜ 22ਵਾਂ ਦਿਨ ਹੈ, 21 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰ ਰਹੇ ਹਾਂ ਜਦੋਂ ਤੋਂ ਮੈਨੂੰ ਇਹ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ ਕਿ ਅਸੀਂ ਇਹਦੇ ਵਿੱਚ ਕੀ ਪ੍ਰਾਪਤੀਆਂ ਕੀਤੀਆਂ 21 ਦਿਨਾਂ ਦੇ ਅੰਦਰ, ਕੀ ਸਾਡੀ ਕਾਰਗੁਜ਼ਾਰੀ ਰਹੀ, ਕੀ ਸਾਡੇ ਕੰਮ ਰਹੇ, ਉਹਦਾ ਰਿਪੋਰਟ ਕਾਰਡ ਤੁਹਾਨੂੰ ਅੱਜ ਪੇਸ਼ ਕਰਨ ਜਾ ਰਿਹਾ। ਪਰ ਮੈਂ ਆਪਦੀਆਂ ਰਿਪੋਰਟ ਕਾਰਡ ਪੇਸ਼ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਇਤਿਹਾਸ ਬਾਰੇ ਚਾਨਣਾ ਪਾਉਣਾ ਚਾਹੁੰਦਾ ਕਿ ਸ਼ਾਇਦ ਮੈਨੂੰ ਰਿਪੋਰਟ ਕਾਰਡ ਪੇਸ਼ ਕਰਨ ਦੀ ਜਾਂ ਕੰਮ ਕਰਨ ਦੀ ਅੱਜ ਜ਼ਰੂਰਤ ਨਾ ਹੁੰਦੀ। ਸੋ ਇਸ ਕਰਕੇ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗਾ। ਅੱਜ ਤੋਂ 15-20 ਵਰੇ ਪਹਿਲਾਂ, ਅੱਜ ਮੇਰੀ ਉਮਰ 42 ਸਾਲ ਦੀ ਹੈ, ਤੇ ਜਦੋਂ 20 ਵਰੇ ਪਹਿਲਾਂ ਲੋਕ ਸਿਆਸੀ ਲੋਕਾਂ ਬਾਰੇ ਗੱਲ ਕਰਦੇ ਸੀ ਜਾਂ ਸਿਆਸੀ ਸਮੀਕਰਨ ਬਾਰੇ ਗੱਲ ਕਰਦੇ ਸੀ, ਉਦੋਂ ਮੇਰੇ ਤੇ ਤੁਹਾਡੇ ਕੰਨਾਂ ਦੇ ਵਿੱਚ ਕਦੇ ਗੂੰਜ ਸੁਣਾਈ ਨਹੀਂ ਦਿੱਤੀ ਜਾਂ ਆਵਾਜ਼ ਸੁਣਾਈ ਨਹੀਂ ਦਿੱਤੀ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਮਾਫੀਆ ਨਾਮ ਦਾ ਜਿਹੜਾ ਸ਼ਬਦ ਸੀਗਾ ਉਹ ਪੰਜਾਬ ਦੇ ਲੋਕਾਂ ਨੂੰ ਕਦੇ ਸੁਣਨ ਨੂੰ ਨਹੀਂ ਮਿਲਿਆ ਸੀ। ਅੱਜ ਤੋਂ 15-20 ਵਰੇ ਪਹਿਲਾਂ ਇਹ ਤਾਂ ਹੁੰਦਾ ਸੀ ਕਿ ਛੋਟੇ-ਮੋਟੇ ਇਲਜ਼ਾਮਾਤ ਲੱਗਦੇ ਰਹੇ ਲੇਕਿਨ ਸਰਕਾਰਾਂ ਤੇ, ਲੇਕਿਨ ਮਾਫੀਆ ਬਾਰੇ ਕਦੇ ਕਿਸੇ ਨੇ ਟਿੱਪਣੀ ਜਾਂ ਗੱਲ ਨਹੀਂ ਕੀਤੀ ਸੀ। ਔਰ ਪਿਛਲੇ 15-20 ਸਾਲਾਂ ਦੇ ਵਿੱਚ ਇੱਕ ਮਾਫੀਆ ਦਾ ਜਨਮ ਹੋਇਆ, ਕਈ ਪ੍ਰਕਾਰ ਦੇ ਮਾਫੀਆ ਪੈਦਾ ਹੋ ਗਏ, ਕਈ ਪ੍ਰਕਾਰ ਦੇ ਮਾਫੀਆ ਨੇ ਜਨਮ ਲੈ ਲਿਆ। ਰੇਤ ਮਾਫੀਆ, ਕੇਬਲ ਮਾਫੀਆ, ਡਰੱਗ ਮਾਫੀਆ, ट्रांसपोर्ट माफिया जिहदी अज असीं गल करन जा रहे हैं,
ਔਰ ਜਿਹੜਾ ਸਿੱਧਾ ਸਿੱਧਾ ਜੇ ਟਰਾਂਸਪੋਰਟ ਮਾਫੀਆ ਦੀ ਗੱਲ ਕਰੀਏ, ਵੈਸੇ ਤਾਂ तमाम ਮਾਫੀਆ ਦਾ ਇਹ ਜਨਮ ਜਿਹੜਾ ਸੀ ਇਹਦੇ ਜਿਹੜੇ ਬਾਨੀ ਸੀ, ਇਹਦੇ ਜਨਮ ਦਾਤਾ ਸਨ, ਉਹ ਜੀਜਾ ਸਾਲਾ ਸਨ, ਯਾਨੀ ਕਿ ਮੇਰੇ ਕਹਿਣ ਤੋਂ ਭਾਵ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ। ਸਰਕਾਰ ਪਹਿਲਾਂ ਵੀ, ਤੁਸੀਂ ਇਹ ਸਮਝੋਗੇ ਕਿ ਸ਼ਾਇਦ ਮੈਂ ਵਿਰੋਧੀ ਹੋਣ ਦੇ ਨਾਤੇ ਕਿਸੇ ਤੇ ਦੋਸ਼ ਲਾ ਰਿਹਾ, ਸਰਕਾਰ ਪਹਿਲਾਂ ਵੀ ਅਕਾਲੀ ਦਲ ਦੀ ਬਣਦੀ ਰਹੀ, ਲੇਕਿਨ ਉਹਦੇ ਚ ਮਾਫੀਆ ਨਹੀਂ ਪੈਦਾ ਹੋਏ ਅੱਜ ਤੋਂ 20 ਸਾਲ ਪਹਿਲਾਂ। ਪਰ ਜਦੋਂ ਤੋਂ ਜੀਜਾ ਸਾਲੇ ਨੇ ਵਾਗਡੋਰ ਸੰਭਾਲੀ, ਉਦੋਂ ਤੋਂ ਫਿਰ ਇਹ ਮਾਫੀਆ ਨੇ ਜਨਮ ਲੈ ਲਿਆ। ਤੇ ਜਦੋਂ ਮੈਂ ਟਰਾਂਸਪੋਰਟ ਦੀ ਗੱਲ ਕਰਾਂ ਤਾਂ ਸਿੱਧਾ ਸਿੱਧਾ, ਬਾਕੀ ਤਾਂ ਸਾਰੇ ਮਾਫੀਆ ਸਿੱਧੇ ਜਾਂ ਸਿੱਧੇ ਤੌਰ ਤੇ, ਆਈਦਰ if I talk about drugs, if I talk about ਰੇਤਾ, ਉਹ ਸਾਰੇ ਕੇਬਲ, ਉਹ ਸਾਰੇ ਇਹਨਾਂ ਨਾਲ ਜੁੜੇ ਹੋਏ, ਇਹਨਾਂ ਨਾਲ ਜਾਂ ਇਹਨਾਂ ਬੰਦਿਆਂ ਨਾਲ। ਲੇਕਿਨ ਟਰਾਂਸਪੋਰਟ ਨਹੀਂ, ਮੈਂ ਸਮਝਦਾ ਕਿ ਬਾਦਲ ਪਰਿਵਾਰ ਰਿਹਾ, ਉਹਨਾਂ ਦਾ ਨਾਂ ਹੈ, ਉਹਨਾਂ ਦੀਆਂ ਟਰਾਂਸਪੋਰਟਸ ਹੈ, ਉਹਨਾਂ ਦੀਆਂ ਕੰਪਨੀਆਂ ਹੈ। ਅੱਜ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਨਾ ਕੇਵਲ ਇੱਕ ਕੰਪਨੀ ਨਹੀਂ ਹੈ, ਲੋਕਾਂ ਨੂੰ ਪਤਾ ਹੈ ਕਿ ਇੱਕ ਆਰਬਿਟ ਕੰਪਨੀ ਹੈ, ਲੋਕਾਂ ਨੂੰ ਪਤਾ ਹੈ ਕਿ ਇੱਕ ਡੱਬ ਵਾਲੀ ਟਰਾਂਸਪੋਰਟ ਹੈ, ਲੇਕਿਨ ਲੋਕਾਂ ਨੂੰ ਹੋਰ ਕੰਪਨੀਆਂ ਦੇ ਬਾਰੇ ਜਾਣਕਾਰੀ ਨਹੀਂ। ਇੱਕ ਤਾਜ ਟਰਾਂਸਪੋਰਟ ਹੈ, ਇੱਕ ਸਵਾਗਤਮ ਟਰਾਂਸਪੋਰਟ ਹੈ, ਸਵਾਗਤਮ ਕਿਸੇ ਨੂੰ ਨਹੀਂ ਪਤਾ। ਇੱਕ ਰਾਜਧਾਨੀ ਟਰਾਂਸਪੋਰਟ ਹੈ, ਇੱਕ ਜ਼ਿੰਗ ਕੋਈ ਟਰਾਂਸਪੋਰਟ ਹੈ। ਸੋ ਇਸ ਇੱਕ ਇੰਡੋ ਕੈਨੇਡੀਅਨ ਟਰਾਂਸਪੋਰਟ ਹੈ। ਸੋ ਵੱਖ-ਵੱਖ ਨਾਮਾਂ ਤੇ ਮੇਰੇ ਉਹਨਾਂ ਸੱਜਣਾ ਨੇ ਜਿਨ੍ਹਾਂ ਨੂੰ ਪੰਜਾਬ ਨੂੰ, ਜਿਨ੍ਹਾਂ ਨੇ ਲੁੱਟਿਆ, ਇਹ ਮਾਫੀਆ ਚਲਾਇਆ। ਪਰ ਇੱਥੇ ਮੈਂ ਨਾ ਕੇਵਲ ਇਹ ਗੱਲ ਕਰਾਂਗਾ, ਮੈਂ ਆਪਣੀ ਸਰਕਾਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ 4.5 ਸਾਲ, ਮੈਨੂੰ 4.5 ਸਾਲ ਦੀ ਜਿਹੜੀ ਕਾਰਜਕਾਰੀ ਦੇ ਸੰਬੰਧ ਵਿੱਚ ਵੀ ਮੈਂ ਪਛਤਾਪ ਕਰਨਾ ਚਾਹੁੰਦਾ। ਮੈਂ ਪੰਜਾਬ ਦੇ ਲੋਕਾਂ ਤੋਂ, ਪੰਜਾਬ ਦੀ ਜਨਤਾ ਤੋਂ, ਜਿਨ੍ਹਾਂ ਨੇ ਸਾਨੂੰ ਇੱਥੇ ਚੁਣ ਕੇ ਭੇਜਿਆ ਸੀ, ਉਹਨਾਂ ਤੋਂ ਮਾਫੀ ਮੰਗਣਾ ਚਾਹੁੰਦਾ। ਮੈਨੂੰ ਪਛਤਾਪ ਹੈ ਕਿ ਅਸੀਂ 4.5 ਸਾਲ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਅਸੀਂ ਸਰਕਾਰ ਬਣਨ ਤੋਂ ਪਹਿਲਾਂ, ਉਹ ਕਈ ਵਾਅਦੇ, ਕਈ ਚੀਜ਼ਾਂ ਅਸੀਂ ਪੂਰੀਆਂ ਨਹੀਂ ਕਰ ਸਕੇ। ਅੱਜ ਕੱਲ ਪਰਸੋਂ ਮੈਨੂੰ ਕੋਈ ਪ੍ਰੈਸ ਵਾਲੇ ਸਵਾਲ ਕਰ ਰਹੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਇਹ ਮਹਿਸੂਸ ਕਰ ਰਹੇ ਕਿ ਉਹਨਾਂ ਨੂੰ ਬੇਇੱਜ਼ਤ ਕਰਕੇ ਲਾਇਆ ਗਿਆ। ਇਹ ਬਿਲਕੁਲ ਗਲਤ ਗੱਲ ਹੈ। ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ 84 ਦੀ ਗੱਲ ਕੀਤੀ, ਉਹਨਾਂ ਨੇ ਅਸਤੀਫਾ ਦਿੱਤਾ, ਉਹਨਾਂ ਨੇ ਪਾਣੀਆਂ ਦੀ ਗੱਲ ਕੀਤੀ, ਬਿਲਕੁਲ ਠੀਕ ਹੈ, ਕੀਤੀ। ਔਰ ਅਗਰ ਪਾਣੀਆਂ ਦੀ ਗੱਲ ਕੀਤੀ, 84 ਦੀ ਗੱਲ ਕੀਤੀ, ਤੇ ਪੰਜਾਬ ਦੇ ਲੋਕਾਂ ਨੇ ਤੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ। ਔਰ 9.5 ਸਾਲ ਇਤਿਹਾਸ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੋਰ ਕੋਈ ਨਹੀਂ ਰਿਹਾ ਕਾਂਗਰਸ ਪਾਰਟੀ ਦੇ ਵਿੱਚ, ਕੇਵਲ ਕੈਪਟਨ ਅਮਰਿੰਦਰ ਸਿੰਘ ਰਹੇ। ਲੇਕਿਨ ਇਸ ਵਾਰੀ ਜਿਹੜਾ ਮੈਂਡੇਟ ਮਿਲਿਆ ਸੀਗਾ, ਇਹ तमाम ਜਿਹੜੇ ਵਾਅਦੇ, ਮਾਫੀਆ ਖਤਮ ਕਰਨ ਦੇ ਵਾਅਦੇ, ਇਹ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਸੀ, ਜਿਹਦੇ ਵਿੱਚ ਅਸੀਂ ਵੀ ਐਮਐਲਏ ਸਾਂ। ਇਹ ਉਹਨਾਂ ਨੇ ਕੀਤੇ ਸੀ। ਸੋ ਮੈਂ ਸਮਝਦਾ ਕਿ ਉਹ ਜਿਹੜਾ ਗੁਪਤ ਸਮਝੌਤਾ ਸੀਗਾ, ਮੈਂ ਇੱਥੇ ਇਹ ਗੱਲ ਕਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸੀਐਮ ਨਾ ਹੋਣ, ਉਹ ਇੱਕ ਕੰਪਰੋਮਾਈਜ਼ ਚੀਫ ਮਿਨਿਸਟਰ ਬਣ ਗਏ। ਕੰਪਰੋਮਾਈਜ਼ ਚੀਫ ਮਿਨਿਸਟਰ ਕਿ ਉਹਨਾਂ ਨੇ तमाम ਉਹਨਾਂ ਲੋਕਾਂ ਨਾਲ ਕੰਪਰੋਮਾਈਜ਼ ਕਰ ਲਿਆ ਜਿਨ੍ਹਾਂ ਨੇ ਇਹ ਮਾਫੀਆ, ਜਿਨ੍ਹਾਂ ਦੇ ਰਾਜ ਚ ਆਇਆ, ਬੀਜੇਪੀ ਅਕਾਲੀ ਦਲ ਦਾ ਅਲਾਈਅੰਸ, ਉਹਨਾਂ ਦੇ ਰਾਜ ਦੇ ਵਿੱਚ ਇਹ ਮਾਫੀਆ ਪੈਦਾ ਹੋਇਆ ਤੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਨਾਲ ਹੀ ਕੰਪਰੋਮਾਈਜ਼ ਕਰ ਲਿਆ। ਸਿਸਟਮ ਨੂੰ ਅਪਾਹਜ ਬਣਾ ਦਿੱਤਾ ਗਿਆ, ਸਿਸਟਮ ਨੂੰ ਅਪਾਹਜ ਬਣਾ ਦਿੱਤਾ ਗਿਆ। ਇਸ ਜਿਹੜੀਆਂ ਸਾਰੀਆਂ ਅੱਜ ਪ੍ਰਾਪਤੀਆਂ ਤੁਹਾਨੂੰ ਗਿਣਾਵਾਂਗਾ ਟਰਾਂਸਪੋਰਟ ਮਹਿਕਮੇ ਦੀਆਂ, ਇਹ 4 ਸਾਲ 4.5 ਸਾਲ ਪਹਿਲਾਂ ਵੀ ਹੋ ਸਕਦੀਆਂ ਸਨ। ਇਸੇ ਕਰਕੇ ਮੈਂ ਅਮਰਿੰਦਰ ਸਿੰਘ ਨੂੰ ਕੰਪਰੋਮਾਈਜ਼ ਚੀਫ ਮਿਨਿਸਟਰ ਦਾ ਨਾਮ ਦਿੱਤਾ ਹੈ। ਜਿਵੇਂ ਕਿ ਕਈ ਵਾਰੀ ਉਹ ਕਹਿੰਦੇ ਬੱਸ ਦੇ ਵਿੱਚ ਲਿਖਿਆ ਹੁੰਦਾ, ਬੱਸ ਦੇ ਵਿੱਚ ਕਿ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ।
ਤੇ ਉਹ ਸਰਕਸ ਵੇਖਿਆ ਹੋਣਾ ਤੁਸੀਂ, ਆਮ ਅਸੀਂ ਛੋਟੇ ਹੁੰਦੇ ਵੇਖਦੇ ਸੀ, ਇੱਕ ਉਹ ਰੱਸੀ ਤੇ ਚੱਲਦਾ ਹੈ ਬੰਦਾ ਤੇ ਉਹ ਬੈਲੈਂਸ ਬਣਾ ਕੇ ਰੱਖਦਾ ਹੈ। ਉਹਦੇ ਹੱਥ 'ਚ ਸੋਟੀ ਹੁੰਦੀ ਹੈ ਤੇ ਉਹ ਬੈਲੈਂਸ ਬਣਾ ਕੇ ਚੱਲ ਰਿਹਾ ਹੁੰਦਾ, ਤੇ ਜਦੋਂ ਬੈਲੈਂਸ ਵਿਗੜਿਆ ਉਹ ਬੰਦਾ ਥੱਲੇ। ਸੋ ਇਹ ਬੈਲੈਂਸ ਉਹਨਾਂ ਨੇ ਵਿਗਾੜਿਆ। ਜਿਹੜਾ ਉਤਰਾਨ ਵਾਲਾ ਕੰਮ ਹੈ, ਪੰਜਾਬ ਦੀ ਜਨਤਾ ਇਹ ਨਹੀਂ ਚਾਹੁੰਦੀ ਸੀ। ਪੰਜਾਬ ਦੀ ਜਨਤਾ ਇਹ ਚਾਹੁੰਦੀ ਸੀ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਕੰਪਰੋਮਾਈਜ਼ ਚੀਫ ਮਿਨਿਸਟਰ ਬਣ ਚੁੱਕੇ ਆ, ਇਹਨਾਂ ਨੂੰ ਜਾਣਾ ਚਾਹੀਦਾ ਹੈ। ਇਹ ਕਿਸੇ ਕਾਂਗਰਸ ਨੇ ਜਾਂ ਕਿਸੇ ਹੋਰ ਵਿਅਕਤੀ ਨੇ ਨਹੀਂ ਕੀਤਾ। ਔਰ ਅੱਜ ਜਿਹੜਾ ਗੱਲਾਂ ਚੱਲ ਰਹੀਆਂ ਪਾਰਟੀ ਬਣਾਉਣ ਦੀਆਂ, ਜਾਂ ਹੀ ਇਜ਼ ਟਾਕਿੰਗ ਅਬਾਊਟ ਕਿ ਅਸੀਂ ਬੀਜੇਪੀ ਨਾਲ ਅਲਾਈਅੰਸ ਕਰਾਂਗੇ ਜਾਂ ਫਲਾਂ, ਇਹ ਸਾਰਾ ਉਹ ਕੰਪਰੋਮਾਈਜ਼ ਦਾ ਹਿੱਸਾ ਹੈ, ਉਸ ਕੰਪਰੋਮਾਈਜ਼ ਦਾ ਹਿੱਸਾ ਹੈ। ਸੋ ਇਹ ਸਾਰੇ ਵਾਅਦੇ ਉਦੋਂ ਹੋਏ, ਲੇਕਿਨ ਚਲੋ ਇਹਦੇ ਨਾਲ ਮੈਂ ਹੁਣ ਆਪਦੇ ਕੰਮਾਂ ਕਾਰਾਂ ਦੀ ਗੱਲ ਕਰਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ 21 ਦਿਨਾਂ 'ਚ ਅਸੀਂ ਟੈਕਸ ਡਿਫਾਲਟਰ ਅਤੇ ਗੈਰ ਕਾਨੂੰਨੀ ਪਰਮਿਟ ਵਿਰੁੱਧ ਕਾਰਵਾਈ ਕੀਤੀ, ਤੇ ਟੈਕਸ ਦਾ ਭੁਗਤਾਨ ਨਾ ਕਰਨ, ਗੈਰ ਕਾਨੂੰਨੀ ਪਰਮਿਟ ਅਤੇ ਅਧੂਰੇ ਹੋਰ ਕਈ ਕਾਰਨਾਂ ਦੇ ਕਰਕੇ ਅਸੀਂ 258 ਬੱਸਾਂ 258 ਬੱਸਸ ਨੂੰ ਜ਼ਬਤ ਕਰ ਲਿਆ ਗਿਆ ਤੇ ਕਈ ਹੋਰਾਂ ਦੇ ਚਲਾਨ ਕੀਤੇ ਗਏ, ਜਿਹੜੀਆਂ ਕਿ ਇੰਪਾਊਂਡ ਕੀਤੀਆਂ ਗਈਆਂ। ਪਰ ਵੱਡੀ ਗੱਲ ਇਹ ਹੋਈ ਕਿ ਵਿਰੋਧੀ ਪਾਰਟੀ ਦੇ ਕਿਸੇ ਵੀ ਆਗੂ ਨੇ ਇਹ ਦਾਅਵਾ ਨਹੀਂ ਕੀਤਾ ਕਿ ਇਹ ਗਲਤ ਹੋਇਆ। ਉਹਨਾਂ ਨੇ ਇਹ ਮੰਨਿਆ ਕਿ ਇਹ ਗਲਤੀਆਂ ਸਨ, ਅਸੀਂ ਟੈਕਸ ਪੇ ਨਹੀਂ ਕੀਤਾ, ਇਸ ਕਰਕੇ ਸਾਡੀਆਂ ਬੱਸਾਂ ਇੰਪਾਊਂਡ ਕੀਤੀਆਂ ਗਈਆਂ ਹਨ। ਔਰ ਇਹਦੇ ਨਾਲ ਸਰਕਾਰੀ ਖਜ਼ਾਨੇ ਵਿੱਚ 3.29 ਕਰੋੜ ਰੁਪਏ ਦਾ ਸਾਨੂੰ ਜਿਹੜਾ ਕਿ ਟੈਕਸ ਕਲੈਕਸ਼ਨ ਹੋਈ ਹੈ ਹੁਣ ਤੱਕ 3 ਕਰੋੜ 29 ਲੱਖ ਟੈਕਸ ਜਮਾ ਹੋ ਚੁੱਕਾ, ਜਿਸ ਵਿੱਚ ਜ਼ਿਆਦਾ ਟੈਕਸ ਵੱਡੀਆਂ ਕੰਪਨੀਆਂ ਨੇ ਜਿਹੜਾ ਕਿ 25% ਜਿਹੜਾ ਸਾਨੂੰ ਦਿੱਤਾ। ਔਰ ਇਹ ਵੀ ਦੱਸਾਂਗਾ ਕਿ ਟੈਕਸ ਇਹਨਾਂ ਨੂੰ ਅਸੀਂ 1 ਸਾਲ ਦਾ ਟੈਕਸ, ਜਿੱਥੇ ਕਈ ਲੋਕ ਕਰੋਨਾ ਕਾਲ ਦੀ ਗੱਲ ਕਰਦੇ, ਅਸੀਂ ਇਹਨਾਂ ਨੂੰ 1 ਸਾਲ ਦਾ ਟੈਕਸ, ਪਹਿਲਾਂ ਸਾਡੇ ਕੁਝ ਸਾਥੀਆਂ ਨੇ ਉਹ ਟੈਕਸ ਦੇ ਵਿੱਚ ਰਾਹਤ ਦਿੱਤੀ ਪੂਰੇ ਸਾਲ ਦਾ, ਮਗਰ ਕਿ 2020 ਦਾ ਮੁਕੰਮਲ ਟੈਕਸ ਇਟਸ ਅਪਰੋਕਸੀਮੇਟਲੀ ਅਬਾਊਟ 95 ਕਰੋੜ ਜਿਹੜਾ ਕਿ ਇਹਨਾਂ ਵੱਡੇ ਲੋਕਾਂ ਨੂੰ ਰਾਹਤ ਮਿਲ ਚੁੱਕੀ ਹੈ, ਤੇ ਮੇਰੇ ਆਉਣ ਤੋਂ ਪਹਿਲਾਂ ਮਿਲੀ ਹੈ। ਨਾਓ ਦੇ ਆਰ ਆਸਕਿੰਗ ਫॉर द ਨਿਊ ਰਾਹਤ, ਨਵੀਂ ਇਸ ਸਾਲ ਵੀ, ਲੇਕਿਨ ਉਹਦੀ ਹਜੇ ਤਜਵੀਜ਼ ਬਣ ਰਹੀ ਹੈ, ਅਗਰ ਬਣੇਗੀ ਤਾਂ ਤੁਹਾਨੂੰ ਦੱਸਾਂਗੇ। ਸੋ ਸਭ ਤੋਂ ਵੱਡੀ ਤੇ ਅਹਿਮ ਗੱਲ, 15 ਸਤੰਬਰ ਤੋਂ 30 ਸਤੰਬਰ ਤੱਕ ਸਾਡੇ ਕੋਲੇ ਪੀਆਰਟੀਸੀ ਔਰ ਪਨਬਸ ਦੀ ਜਿਹੜੀ ਬੁਕਿੰਗ ਸੀਗੀ 15 ਤੋਂ 30, ਯਾਨੀ ਕਿ 15 ਦਿਨ ਦੀ ਬੁਕਿੰਗ, ਆਈ ਐਮ ਟਾਕਿੰਗ ਅਬਾਊਟ 15 ਡੇਜ਼, ਉਹ 46.28 ਸੀਗੀ, ਯਾਨੀ ਕਿ 46 ਕਰੋੜ 28 ਲੱਖ 15 ਦਿਨਾਂ ਦੀ, ਪੀਆਰਟੀਸੀ ਪਨਬਸ ਦੋਨਾਂ ਦੀ ਪਰ ਡੇ। ਬੁਕਿੰਗ ਮੀਨਸ 15 ਦਿਨ ਕਲੈਕਸ਼ਨ ਤੇ 1 ਅਕਤੂਬਰ ਤੋਂ ਬਾਅਦ 15 ਅਕਤੂਬਰ ਤੱਕ 54 ਕਰੋੜ 26 ਲੱਖ ਡੇਲੀ ਦੀ ਜਿਹੜੀ ਬੁਕਿੰਗ ਹੈ 15 ਦਿਨਾਂ ਦੀ ਬੁਕਿੰਗ। ਇਹਦੇ ਵਿੱਚ ਅਗਰ ਆਮਦਨ ਚ ਵਾਧਾ ਗੱਲ ਕਰੀਏ, ਹਾਂ 15 ਦਿਨ ਪਹਿਲਾਂ 15 ਦਿਨਾਂ ਦੀ ਦੋਵਾਂ ਸਾਡੀ ਕੰਪਨੀਆਂ ਦੀ ਬੁਕਿੰਗ ਸੀਗੀ 46.28। ਹੁਣ ਅਗਰ 1 ਅਕਤੂਬਰ ਤੋਂ 15 ਅਕਤੂਬਰ ਦੀ ਗੱਲ ਕਰੀਏ, ਜਦੋਂ ਮੈਂ ਸੰਭਾਲਿਆ ਕੰਮ, ਤਾਂ 54.26, ਯਾਨੀ ਕਿ ਆਮਦਨ ਵਿੱਚ ਵਾਧਾ 7.7 ਕਰੋੜ 98 ਹਾਂਜੀ ਦਾ ਹੋਇਆ। ਤੇ ਵਾਧੇ ਦੀ ਦਰ ਦੀ ਜੇ ਗੱਲ ਕਰੀਏ, ਇੰਨੀ ਤਾਂ ਗਰੋਥ ਕਿਸੇ ਦੀ ਹੋਈ ਨਹੀਂ ਹੋਣੀ, 17.24% ਜਿਹੜਾ ਕਿ ਵਾਧਾ ਹੋਇਆ। ਰੋਜ਼ਾਨਾ ਆਮਦਨ ਵਿੱਚ 53 ਲੱਖ, ਮੈਂ ਕਰੈਕਟ ਕਰਨਾ ਚਾਹਣਾ, ਜਿਹੜਾ ਕੱਲ ਪਰਸੋਂ 45 ਲੱਖ ਲਿਖਿਆ ਸੀ, that is not a correct figure। 53 ਲੱਖ ਰੁਪਏ ਦਾ ਡੇਲੀ ਬੁਕਿੰਗ ਦੇ ਵਿੱਚ ਸਾਡੀਆਂ ਦੋਨਾਂ ਕੰਪਨੀਆਂ ਨੇ ਵਾਧਾ ਕੀਤਾ। ਪਰ ਅਗਰ ਇਹਨੂੰ 15 ਸਾਲ ਮਗਰ ਲੈ ਲਿਆ ਜਾਵੇ, ਅਗਰ 15 ਸਾਲ ਮਗਰ ਕਰੀਏ ਕਿ ਅਗਰ 53 ਲੱਖ ਡੇਲੀ ਬੁਕਿੰਗ ਦੇ ਵਿੱਚ ਅਗਰ 50 ਲੱਖ ਲਾਈਏ ਕਿ ਡੇਲੀ ਬੁਕਿੰਗ ਦੇ ਵਿੱਚ 50 ਲੱਖ ਰੁਪਏ ਦਾ ਵਾਧਾ ਹੋ ਗਿਆ 15 ਦਿਨਾਂ 'ਚ,
ਤੇ ਅਗਰ 15 ਸਾਲ ਜਾਨੀ ਕਿ 365 ਗੁਣਾ 15 ਸਾਲ 15 ਕਰ ਲਈਏ ਤੇ ਜੇ ਉਹ ਫਿਗਰ ਕੈਲਕੂਲੇਟ ਕਰੀਏ ਇਟਸ ਅਰਾਊਂਡ ਅਬਾਊਟ 2700 ਤੋਂ 3000 ਕਰੋੜ ਰੁਪਇਆ ਜਿਹੜਾ ਕਿ ਮਾਫੀਏ ਤੋਂ ਲੈਣਾ ਪੈਂਦਾ ਹੈ। ਤੇ ਜਿਨ੍ਹਾਂ ਆਫੀਸ਼ੀਅਲਸ ਨੇ ਕਤਾਈ ਕੀਤੀ ਉਹਨਾਂ ਤੇ ਵੀ ਇਹ ਕਾਰਵਾਈ ਹੋਣੀ ਬਣਦੀ। ਇਹ 3000 ਕਰੋੜ ਰੁਪਇਆ ਜਿਹਨੂੰ ਇਹ ਨਾ ਕੇਵਲ 3000 ਕਰੋੜ ਰੁਪਇਆ ਹੈ, ਇਹ ਕਈ ਲੰਬੀ ਵੱਡੀ ਕਹਾਣੀ। ਸੋ ਇਸ ਤੋਂ ਬਾਅਦ ਨਵੀਆਂ ਬੱਸਾਂ ਤੇ ਨਵੀਆਂ ਨੌਕਰੀਆਂ 842 ਬੱਸਾਂ ਨਵੀਆਂ ਬੱਸਾਂ ਖਰੀਦਣ ਲਈ ਟਾਟਾ ਕੰਪਨੀ ਨੂੰ ਆਰਡਰ ਦੇ ਦਿੱਤਾ ਗਿਆ ਹੈ, ਜਿਹੜੀਆਂ ਕਿ 45 ਤੇ ਇਹਦੇ ਵਿੱਚੋਂ ਪੰਜਾਬ ਰੋਡਵੇਜ਼ ਦੀਆਂ 587 ਬੱਸਾਂ ਤੇ ਪੀਆਰਟੀਸੀ ਦੀਆਂ 255 ਬੱਸਾਂ 255 ਬੱਸਾਂ ਸ਼ਾਮਲ ਨੇ। 45 ਦਿਨਾਂ ਦੇ ਅੰਦਰ ਅੰਦਰ ਅਸੀਂ ਇਹ ਜਿਹੜੀਆਂ ਬੱਸਿਸ ਹੈ, ਬਿਕੋਜ਼ ਜਦੋਂ ਮੈਂ ਆਇਆ ਉਹਨਾਂ ਨਾਲ ਗੱਲ ਕੀਤੀ, ਪਹਿਲਾਂ ਉਹ ਡਿਲੇ ਕਰ ਰਹੇ ਸੀ, ਲੇਕਿਨ ਸਾਡੀ ਉਹਨਾਂ ਨਾਲ ਗੱਲ ਹੋਈ ਕਿ 45 ਦਿਨਾਂ ਦੇ ਅੰਦਰ ਅੰਦਰ ਇਹ ਬੱਸਾਂ ਸਾਨੂੰ ਮਿਲ ਜਾਣਗੀਆਂ। ਸੋ ਮੈਨੂੰ ਲੱਗਦਾ ਹੈ ਬਾਈ ਦਾ ਐਂਡ ਆਫ ਦਸੰਬਰ ਅਸੀਂ ਇਹਨਾਂ ਨੂੰ ਬਾਡੀ ਲਗਾ ਕੇ ਤੇ 842 ਬੱਸਾਂ ਉਹਦਾ ਟੈਂਡਰ ਵੀ ਫਲੋਟ ਕਰ ਦਿੱਤਾ ਗਿਆ ਹੈ, ਬਾਡੀ ਦਾ ਵੀ ਇਹ ਤਾਂ ਆਰਡਰ ਦੇ ਦਿੱਤਾ ਗਿਆ ਹੈ ਤੇ ਬਾਡੀ ਦਾ ਜਿਹੜਾ ਸ਼ੈਲ ਉੱਤੇ ਲਾਉਣਾ ਸੀ ਉਹਦਾ ਸਾਡਾ ਟੈਂਡਰ ਹੋ ਗਿਆ ਤੇ ਕੰਪਨੀ ਨੂੰ ਦੇ ਦਿੱਤਾ ਗਿਆ ਹੈ। ਉਹ ਵੀ ਅਸੀਂ ਮਤਲਬ ਕਿ ਬਾਈ ਦਾ ਐਂਡ ਆਫ ਦਸੰਬਰ ਇਹ 800 ਦੀਆਂ 42 ਬੱਸਾਂ ਨਵੀਆਂ ਦੌੜਨਗੀਆਂ ਸੜਕਾਂ ਤੇ। ਜਿਹੜੀ ਮੈਂ ਉਹਦੇ ਵਿੱਚ ਐਡ ਕਰਾਂਗਾ ਥੋੜਾ ਕਿ ਉਹ ਆਮਦਨ ਜਿੱਥੇ ਵਾਧਾ ਹੋਇਆ ਉੱਥੇ ਸੋ ਕਾਲ ਜਿਹੜੇ ਮਾਫੀਆ ਸੀ ਜਨਮਦਾਤਾ ਉਹਨਾਂ ਨੇ ਆਪਦਾ ਪੈਸਾ ਵੀ ਕਾਲੇ ਤੋਂ ਚਿੱਟਾ ਕੀਤਾ, ਵਾਈਟ ਮਨੀ। ਮੇਰੇ ਕੋਲ ਇਹ ਇਨਫੋਰਮੇਸ਼ਨ ਵੀ ਹੈ ਕਿ ਉਹਨਾਂ ਦੀ ਬੱਸ ਚੰਡੀਗੜ੍ਹ ਜਾਂਦੀ ਸੀ ਔਰ ਦਿੱਲੀ ਜਾਂਦੀ ਸੀ, ਦਿੱਲੀ ਤੋਂ ਵਾਪਸ ਆਉਂਦੀ ਸੀ। ਇੱਕ ਦਿਨ 'ਚ ਡਬਲ ਟ੍ਰਿਪ ਲਾ ਹੀ ਨਹੀਂ ਸਕਦੀ ਬੱਸ ਕਿ ਇੱਥੋਂ ਦਿੱਲੀ ਜਾਣਾ ਤੇ ਦਿੱਲੀ ਤੋਂ ਵਾਪਸ ਆਉਣਾ, ਇੱਕ ਟ੍ਰਿਪ ਲੱਗਦਾ ਹੈ। ਲੇਕਿਨ ਕਾਗਜ਼ਾਂ ਦੇ ਵਿੱਚ ਕੇਵਲ 9000 ਰੁਪਇਆ ਲਿਆ ਜਾਂਦਾ ਸੀ ਹਰਿਆਣਾ ਟੈਕਸ ਭਰ ਕੇ ਤੇ ਉਹਨੂੰ ਚਲਾ ਕੇ ਦਿਖਾਇਆ ਜਾਂਦਾ ਸੀ ਕਿ ਇਹਨੇ ਡਬਲ ਟ੍ਰਿਪ ਲਾ ਲਿਆ। ਉਹ ਜਿਹੜਾ ਪੈਸਾ ਦੂਸਰੇ ਧੰਦਿਆਂ ਤੋਂ ਆਉਂਦਾ ਸੀ, ਰੇਤ ਤੋਂ, ਕੇਬਲ ਤੋਂ, ਡਰੱਗਸ ਤੋਂ, ਉਹਨਾਂ ਨੂੰ ਚਿੱਟਾ ਕਰਨ ਦੇ ਵਿੱਚ ਇਹ ਬੱਸਾਂ ਦਾ ਵੀ ਯੋਗਦਾਨ ਉਸ ਮਾਫੀਏ ਨੇ ਇਸਤੇਮਾਲ ਕੀਤਾ। ਅੱਗੇ ਜੀ ਨੌਕਰੀਆਂ ਲਈ ਭਰਤੀ ਪ੍ਰਕਿਰਿਆ। ਨਵੀਆਂ ਬੱਸਾਂ ਲਈ ਲਗਭਗ ਸਾਨੂੰ 800 ਡਰਾਈਵਰ, ਕੰਡਕਟਰ ਅਤੇ ਹੋਰ ਸਟਾਫ ਦੀ ਭਰਤੀ ਪ੍ਰਕਿਰਿਆ ਉਹ ਅਸੀਂ ਸ਼ੁਰੂ ਕਰ ਦਿੱਤੀ ਹੈ। ਐਫਡੀ ਸਾਹਿਬ ਕੋਲ ਸਾਡੀ ਪ੍ਰਪੋਜ਼ਲ ਚਲੀ ਗਈ ਹੈ। ਬੱਸਾਂ ਆਉਣ ਤੋਂ ਪਹਿਲਾਂ ਸਾਡੀ ਇਹ ਅਸੀਂ ਇਹਨਾਂ तमाम ਲੋਕਾਂ ਨੂੰ ਆਊਟਸੋਰਸ ਜਾਂ ਕੰਟਰੈਕਟ ਦੇ ਰਾਹੀਂ ਅਸੀਂ ਇਹਨਾਂ ਨੂੰ ਭਰਤੀ ਕਰ ਲਿਆ ਜਾਏਗਾ ਸੋ ਦੈਟ ਸਾਡੀ ਬੱਸ ਜਦੋਂ ਆਏਗੀ ਤੇ ਉਹ ਇੱਕ ਦਿਨ ਵੀ ਖੜੀ ਨਾ ਹੋਵੇ ਬਿਨਾਂ ਡਰਾਈਵਰਸ ਤੇ ਕੰਡਕਟਰਸ ਤੋਂ। ਇਹ ਅਸੀਂ ਕੀਤਾ। ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਬਣਾਉਣ 30 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡਸ, ਜਿਨ੍ਹਾਂ ਦੇ ਟੈਂਡਰਸ ਹੋ ਗਏ ਆ, ਕਈਆਂ ਦੇ ਟੈਂਡਰਸ ਹੋ ਗਏ ਨੇ, ਕੁਝ ਦੇ ਟੈਂਡਰਸ ਰਹਿੰਦੇ ਨੇ। ਅਸੀਂ ਤਕਰੀਬਨ 3-4 ਦਿਨਾਂ ਦੇ ਵਿੱਚ ਤਮਾਮ 52 ਨਵੇਂ ਬੱਸ ਅੱਡਿਆਂ ਤੇ 70 ਬੱਸ ਅੱਡਿਆਂ ਦਾ ਨਵੀਨੀਕਰਨ ਕਰ ਰਹੇ ਹਾਂ 50 ਤੇ। ਸੋ ਇਹਦੇ ਤੇ ਅਸੀਂ 81 ਕਰੋੜ ਰੁਪਇਆ ਲਾਉਣਾ ਹੈ। ਇਹ तमाम ਜਿਹੜੇ ਕੰਮ ਹੈ ਅਸੀਂ ਇਹਨਾਂ ਨੂੰ ਚੌਥੇ ਮੁਤਾਬਕ ਜਿਹੜਾ ਲੇਟ ਹੋਏਗਾ, ਜੇ ਕੋਈ ਲੇਟ ਹੋਏਗਾ ਉਹਨੂੰ ਅਸੀਂ ਜੁਰਮਾਨਾ ਪਾਵਾਂਗੇ 7 ਦਿਨਾਂ ਦੇ ਅੰਦਰ ਅੰਦਰ। ਜਿਹੜਾ 7 ਡੇਜ਼ ਔਰ 15 ਡੇਜ਼ 3 ਡੇਜ਼ ਦਾ ਡਿਸਪੈਚ ਦਾ ਸਮਾਂ ਅਸੀਂ 3 ਦਿਨਾਂ 'ਚ ਉਹਦਾ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਡਿਸਪੈਚ ਕਰਾਂਗੇ। ਅਗਰ 3 ਦਿਨਾਂ ਤੋਂ ਵੱਧ ਡਿਲੇ ਕਰੇਗਾ ਉਹ ਤਾਂ ਅਸੀਂ ਉਹਦੇ ਤੇ ਉਹਨੂੰ ਜੁਰਮਾਨਾ ਪਾਵਾਂਗੇ। ਤੇ ਇਹਦੇ ਨਾਲ ਇੱਕ ਹੋਰ ਕੀਤਾ ਕਿ ਪਹਿਲਾਂ 7 ਦਿਨ ਡਿਸਪੈਚ ਹੋਣ ਤੋਂ ਬਾਅਦ ਅਗਰ ਕਈ ਵਾਰੀ ਕੋਈ ਲਾਇਸੈਂਸ ਨਹੀਂ ਲੈਣ ਆਉਂਦਾ, ਰਜਿਸਟ੍ਰੇਸ਼ਨ ਨਹੀਂ ਲੈਣ ਆਉਂਦਾ ਤਾਂ 7 ਦਿਨ ਉਹ ਪੋਸਟ ਆਫਿਸ ਰਹਿੰਦੀ ਸੀ ਉਹਦੀ ਕਾਪੀ ਔਰ ਲਾਇਸੈਂਸ। ਕਈ ਵਾਰੀ ਕਿਤੇ ਬੰਦਾ ਬਾਹਰ ਗਿਆ ਹੁੰਦਾ, ਲੇਕਿਨ ਹੁਣ ਅਸੀਂ ਉਹਨੂੰ ਵਧਾ ਕੇ ਸਮਾਂ 15 ਦਿਨ ਦਾ ਕਿਹਾ ਕਰਨ ਵਾਸਤੇ ਕਿ 15 ਦਿਨ ਉਹ ਪੋਸਟ ਆਫਿਸ ਰਹੇਗੀ ਤਾਂ ਜੋ ਕੋਈ ਵਿਅਕਤੀ ਵੀ 15 ਦਿਨਾਂ ਦੇ ਅੰਦਰ ਅੰਦਰ ਪੋਸਟ ਆਫਿਸ ਚੋਂ ਆਪਦਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਲੈ ਸਕਦਾ ਹੈ। ਡਰਾਈਵਿੰਗ ਲਾਇਸੈਂਸ ਸਰਟੀਫਿਕੇਟਸ ਅਤੇ ਆਰਟੀਏ ਦੇ ਦਫ਼ਤਰ ਵਿੱਚ ਹੋਰ ਕਈ ਪੈਂਡੈਂਸੀ ਬਹੁਤ ਪਈ ਹੈ। ਜਦੋਂ ਅਸੀਂ ਇਹਨੂੰ ਇੱਥੇ ਸੈਂਟਰਲਾਈਜ਼ ਕੀਤਾ, ਇੱਥੇ ਸਾਡੀ ਹੁਣ ਪ੍ਰਿੰਟਿੰਗ ਹੁੰਦੀ ਹੈ ਰਜਿਸਟ੍ਰੇਸ਼ਨ ਦੀ ਤੇ ਉਹਦੀ ਕਾਪੀ ਲਾਇਸੈਂਸ ਦੀ, ਪਰ ਲੇਕਿਨ ਪੁਰਾਣਾ ਉਸ ਤੋਂ ਪਹਿਲਾਂ ਦੀਆਂ ਕਈ ਪੈਂਡੈਂਸੀ ਪਈਆਂ, ਕਈ ਸ਼ਿਕਾਇਤਾਂ ਸਾਨੂੰ ਮਿਲੀਆਂ। ਸੋ ਅਸੀਂ ਹੁਣ ਪੈਂਡੈਂਸੀ ਮੇਲਾ ਲਾ ਰਹੇ ਹਾਂ। ਸੋ ਅਸੀਂ ਸਟਾਰਟ ਕਰ ਰਹੇ ਹਾਂ ਮੁਕਤਸਰ ਸਾਹਿਬ ਤੋਂ ਇਹਦਾ ਪਾਇਲਟ
ਸੋ ਵੀ ਆਰ ਸਟਾਰਟਿੰਗ ਬਿਫੋਰ ਦੀਵਾਲੀ, ਅਸੀਂ ਸਟਾਰਟ ਕਰ ਰਹੇ ਹਾਂ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਇਸ ਮਹਿਕਮੇ ਦੇ ਵਿੱਚ ਪੈਂਡੈਂਸੀ ਨਹੀਂ ਰਹੇ, ਕਿਸੇ ਦੀ ਕਾਪੀ ਨੂੰ ਲੈ ਕੇ, ਕਿਸੇ ਦੇ ਲਾਇਸੈਂਸ ਨੂੰ ਲੈ ਕੇ, ਕਿਸੇ ਦੀ ਪਾਸਿੰਗ ਨੂੰ ਲੈ ਕੇ ਆਰਟੀਏ ਸਾਹਿਬਾਨ ਤੇ ਪੂਰਾ ਉਹਨਾਂ ਦਾ ਦਫ਼ਤਰ ਉੱਥੇ ਬੈਠੇਗਾ ਤੇ ਅਸੀਂ ਇਹਨੂੰ ਕਲੀਅਰ ਕਰਾਂਗੇ। ਐਂਡ ਪੂਰੇ ਪੰਜਾਬ ਦੇ ਵਿੱਚ ਫਿਰ ਅਸੀਂ ਜ਼ਿਲ੍ਹਾ ਲੈਵਲ ਤੇ ਅਸੀਂ ਪੈਂਡੈਂਸੀ ਮੇਲੇ ਲਾਵਾਂਗੇ ਤਾਂ ਜੋ ਜਿਹੜਾ ਪੁਰਾਣਾ ਲਾਟ ਹੈ ਜਾਂ ਪੁਰਾਣੀਆਂ ਪੈਂਡੈਂਸੀਜ਼ ਹੈ ਉਹ ਕਲੀਅਰ ਹੋ ਸਕਣ। ਹੋਰ ਕਈ ਪਹਿਲ ਕਦਮੀਆਂ ਕੀਤੀਆਂ। ਪਹਿਲਾਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਉੱਪਰ ਤੰਬਾਕੂ, ਪਾਨ ਮਸਾਲਾ ਆਦਿ ਦੇ ਇਸ਼ਤਿਹਾਰ ਲੱਗ ਜਾਂਦੇ ਸੀ, ਐਡਵਰਟਾਈਜ਼ਮੈਂਟ। ਸੋ ਅਸੀਂ ਉਹ ਫੈਸਲਾ ਲਿਆ, ਡੀਐਮ ਲੈਵਲ, ਸਾਡੇ ਐਮਡੀ ਲੈਵਲ ਦੇ तमाम ਲੋਕਾਂ ਨੇ, ਅਸੀਂ ਆਪ ਖੁਦ ਜਾ ਕੇ ਉਹ ਬੱਸ ਸਟੈਂਡ ਦੀ ਜਿਹੜਾ ਸਾਫ਼ ਸੁਥਰਾ ਵਾਤਾਵਰਨ ਹੁਣ ਬਣਾਇਆ। ਇਹ ਨਹੀਂ ਹੈ ਕਿ 15 ਦਿਨ ਬਾਅਦ ਸਫਾਈ ਹੋਗੀ, ਸਫਾਈ ਰੋਜ਼ ਹੋਇਆ ਕਰੇਗੀ, ਲੇਕਿਨ ਇੱਕ ਸਫਾਈ ਦੀ ਇਸ ਤਰ੍ਹਾਂ ਮੁਹਿੰਮ ਹਰ 15 ਦਿਨਾਂ ਬਾਅਦ ਅਸੀਂ ਸੰਡੇ ਵਾਲੇ ਦਿਨ 2-3 ਘੰਟੇ ਲਾ ਕੇ ਇਹ ਕਰਿਆ ਕਰਾਂਗੇ, ਸੋ ਦੈਟ ਇਟਸ ਅ ਸਿੰਬੋਲਿਕ ਮੈਸੇਜ ਕਿ ਜਿੱਥੇ ਲੋਕਾਂ ਦੀ ਇੰਨੀ ਫੁੱਟਬਾਲ ਹੈ, ਪਬਲਿਕ ਆਉਂਦੀ ਹੈ, ਉੱਥੇ ਸਾਫ਼ ਸੁਥਰਾ ਵਾਤਾਵਰਨ ਹੋਣਾ ਚਾਹੀਦਾ। ਔਰ ਤੁਸੀਂ ਦੇਖਿਆ ਹੋਏਗਾ ਮਗਰਲੇ 15 ਦਿਨਾਂ 'ਚ ਕਾਫੀ, ਅਸੀਂ ਇਹ ਤਾਂ ਨਹੀਂ ਕਹਾਂਗੇ ਕਿ ਇਟਸ ਨਾਓ ਆਈ ਐਮ ਸੈਟੀਸਫਾਈਡ, ਲੇਕਿਨ ਉਹਦੇ ਵਿੱਚ ਹੋਰ ਸੁਧਾਰ ਕਰਾਂਗੇ। ਲੇਕਿਨ ਅਸੀਂ ਹੁਣ ਤੱਕ ਕਾਫੀ ਸਫਾਈ ਵਗੈਰਾ ਜਾਂ ਚੰਗਾ ਮਾਹੌਲ ਬਣਾਇਆ। ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਕਿ ਆਰਟੀਐਸ ਕੋਲ ਹੀ ਸੀਗੀ ਪਾਵਰ ਕਿ ਜਿਹੜੀਆਂ ਗੱਡੀਆਂ ਚੈਕਿੰਗ ਕਰਨ ਦੀ ਤੇ ਹੋਰ ਕੋਈ ਨਹੀਂ ਕਰ ਸਕਦਾ, ਜਾਂ ਸਾਡੇ ਐਸਡੀਐਮ ਵਗੈਰਾ। ਅਸੀਂ ਹੁਣ ਜੀਐਮਸ ਨੂੰ, ਟੂ ਆਲ ਜੀਐਮਸ, ਰਾਈਟ ਸ਼ਿਵਾ ਜੀ, ਅਸੀਂ ਸਾਰੇ ਜੀਐਮਸ ਨੂੰ ਜਿਹੜੇ ਵੀ ਹੈ ਪੀਆਰਟੀਸੀ ਪੰਜ ਬੱਸ ਦੇ, ਅਸੀਂ ਉਹਨਾਂ ਨੂੰ ਇੱਕ ਪਾਵਰ ਦਿੱਤੀ ਹੈ ਕਿ ਹੁਣ ਉਹ 500 ਮੀਟਰ ਦੇ ਏਰੀਆ 'ਚ, ਬੱਸ ਅੱਡਾ ਤੇ 500 ਮੀਟਰ ਦੇ ਏਰੀਆ 'ਚ ਵਿੱਚ ਚੈਕਿੰਗ ਕਰਨਗੇ। ਕਈ ਵਾਰੀ ਬੱਸ ਸਟੈਂਡ ਦੇ ਬਾਹਰ ਬੱਸਿਸ ਖੜੀਆਂ ਹੁੰਦੀਆਂ, ਉਹ ਅੰਦਰ ਲੈ ਕੇ ਨਹੀਂ ਜਾਂਦੇ। ਬਹੁਤ ਸੇ ਲੋਕਾਂ ਨੇ ਅੱਡ ਅੱਡੇ ਬਣਾਏ ਹੋਏ ਜਿਹੜੇ, ਸੋ ਕਿਤੇ ਵੀ ਇਰੈਗੂਲਰਿਟੀਜ਼ ਹੋ ਰਹੀਆਂ ਤਾਂ ਸਾਡੇ ਜੀਐਮਸ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਦੇ ਬਣਦੀ ਕਾਰਵਾਈ ਕਰ ਸਕਦੇ। ਪਹਿਲਾਂ ਪਾਵਰ ਇਹ ਜੀਐਮ ਸਾਹਿਬ ਕੋਲੇ ਨਹੀਂ ਸੀ, ਜੇ ਹੁਣੇ ਦਿੱਤੀ ਹੈ 500 ਮੀਟਰ ਦੇ ਦਾਇਰੇ 'ਚ, ਬੱਸ ਸਟੈਂਡ ਤੋਂ 500 ਮੀਟਰ ਦੇ ਦਾਇਰੇ 'ਚ। ਵੱਖ-ਵੱਖ ਯੂਨੀਅਨਸ ਮਿਲੀਆਂ ਸਾਨੂੰ, ਤੁਸੀਂ ਦੇਖਿਆ ਹੋਣਾ ਕਿ ਪੀਆਰਟੀਸੀ ਯੂਨੀਅਨ ਦੇ ਪਹਿਲਾਂ ਧਰਨੇ ਵਰਨੇ ਲੱਗੇ ਸੀ, ਸਾਰਾ ਕੁਝ। ਅਸੀਂ ਇਹ ਫੈਸਲਾ ਕਰਤਾ ਕਿ तमाम ਉਹਨਾਂ ਲੋਕਾਂ ਦੀ ਤਨਖਾਹ ਦੇ ਵਿੱਚ 30% ਵਾਧਾ, ਜਿਹੜਾ ਕਿ ਇਸੇ ਮਹੀਨੇ ਤੋਂ ਅਸੀਂ ਦੇਣ ਜਾ ਰਹੇ ਹਾਂ, ਤੇ 5% ਇਨਕਰੀਮੈਂਟ ਹਰ ਸਾਲ ਉਹਨਾਂ ਦੀ ਤਨਖਾਹ ਦੇ ਵਿੱਚ, ਕਿਉਂਕਿ ਉਹਨਾਂ ਤੋਂ ਬਿਨਾਂ ਸੀ ਉਹ ਅਧੂਰੇ ਆ। ਔਰ ਮੈਨੂੰ ਲੱਗਦਾ ਮਹਿੰਗਾਈ ਦੇ ਨਾਲ ਉਹਨਾਂ ਪਰਿਵਾਰਾਂ ਨੂੰ ਇਹ ਜ਼ਰੂਰਤ ਸੀਗੀ। ਸੋ ਇਹ ਬੜੀ ਪਹਿਲ ਕਦਮੀ ਹੈ। ਮੁੱਖ ਮੰਤਰੀ ਸਾਹਿਬ ਨਾਲ ਮਿਲ ਕੇ ਉਹਨਾਂ ਦੀ ਮੀਟਿੰਗ ਕਰਾ ਕੇ ਇਹ ਫੈਸਲਾ ਬਿਲਕੁਲ ਰਿਜ਼ੋਲਵ ਹੋ ਚੁੱਕਿਆ। ਤਾਂ ਹੀ ਤੁਸੀਂ ਦੇਖਿਆ ਹੋਣਾ ਕਿਸੇ ਪ੍ਰਕਾਰ ਦਾ ਕੋਈ ਧਰਨਾ ਜਿਹੜਾ ਉਹ ਨਹੀਂ ਹੈ। ਔਰ ਇਸੇ ਮਹੀਨੇ ਤੋਂ ਉਹਨਾਂ ਦੀ ਤਨਖਾਹ ਦੇ ਵਿੱਚ ਅਸੀਂ ਵਾਧੇ ਨਾਲ 30% ਤਨਖਾਹ ਉਹਨਾਂ ਦੀ ਪਾਵਾਂਗੇ ਤੇ ਹਰ ਪ੍ਰੋਸੈਸ ਆਫ ਲਾਅ ਵਿਲ ਬੀ ਐਸਟੈਬਲਿਸ਼ਡ ਇਨ ਟਰਾਂਸਪੋਰਟ ਡਿਪਾਰਟਮੈਂਟ। ਕਿਸੇ ਪ੍ਰਕਾਰ ਦੀ ਕੋਈ ਵੀ ਕੋਤਾਹੀ ਇਹਦੇ ਵਿੱਚ ਨਹੀਂ ਹੋਏਗੀ। ਐਂਡ ਪੂਰਨ ਤੌਰ ਤੇ ਅਸੀਂ ਕਾਇਦੇ ਕਾਨੂੰਨ ਨੂੰ ਕਾਇਮ ਰੱਖਦੇ ਹੋਏ ਇਸ ਮਹਿਕਮੇ ਨੂੰ ਤਰੱਕੀ ਦੀਆਂ ਲੀਹਾਂ ਵੱਲ ਲੈ ਕੇ ਜਾਵਾਂਗੇ। ਔਰ ਲੋਕਾਂ ਨੂੰ ਇਹਦੇ ਰਾਹੀਂ ਬਹੁਤ ਅਸੀਂ ਬੇਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਹਾਂ। ਔਰ ਇੱਕ ਦਿਨ ਆਏਗਾ ਕਿ ਮੇਰੇ ਮਨ ਦੀ ਇੱਛਾ ਹੈ ਕਿ ਲੋਕ ਇਹ ਗੱਲ ਇਹ ਕਹਿਣ ਕਿ ਟਰਾਂਸਪੋਰਟ ਜਿਹੜਾ ਮਹਿਕਮਾ ਹੈ ਉਹਦੇ ਕਰਕੇ ਸਰਕਾਰ ਨੂੰ ਰੈਵਨਿਊ ਦਾ ਬਹੁਤ ਫਾਇਦਾ ਹੋ ਰਿਹਾ ਹੈ, ਉਹਦੇ ਕਰਕੇ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ। ਔਰ ਦੇਸ਼ ਭਰ ਦੇ ਵਿੱਚ ਲੋਕ ਪੰਜਾਬ ਟਰਾਂਸਪੋਰਟ ਮਹਿਕਮੇ ਦੀ ਗੱਲ ਕਰਨ। ਮੇਰੇ ਮਨ ਦੀ ਇਹ ਇੱਛਾ ਹੈ ਔਰ ਪਰਮਾਤਮਾ ਔਰ ਤੁਹਾਡਾ ਸੰਯੋਗ ਅਗਰ ਮਿਲਦਾ ਰਿਹਾ ਇਹਨਾਂ ਮਾਫੀਆ ਦੇ ਖਿਲਾਫ ਲੜਾਈ ਲੜਨ ਵਾਸਤੇ, ਤਾਂ ਮੈਂ ਤੁਹਾਡੇ ਨਾਲ ਇਹ ਪੂਰਨ ਵਾਅਦਾ ਕਰਦਾ ਕਿ ਇਹ ਬਿਲਕੁਲ ਅਸੀਂ ਕਰਕੇ तमाम ਮੇਰੇ ਆਫਿਸਰ ਸਾਹਿਬਾਨ, ਇਹ ਕੋਈ ਇਟਸ ਨਾਟ ਅ ਕਿ ਇਕੱਲੇ ਵਿਅਕਤੀ ਦਾ ਕੰਮ ਹੈ, ਇਟਸ ਅ ਟੀਮ ਵਰਕ। ਸ਼ਿਵਾ ਪ੍ਰਸਾਦ ਜੀ ਸਾਡੇ ਐਮਡੀ ਸਾਹਿਬਾਨ, ਤਾਂ ਸਾਡੇ तमाम ਆਰਟੀਏ ਸਾਹਿਬਾਨ, तमाम ਸਾਡੇ ਜੀਐਮ ਸਾਹਿਬਾਨ, ਇਹਨਾਂ ਲੋਕਾਂ ਦੇ ਸੰਯੋਗ ਨਾਲ ਹੀ ਮੈਂ ਇਹ ਸਭ ਕੁਝ ਕਰ ਪਾਇਆ। ਐਂਡ ਆਫ ਕੋਰਸ ਇਟਸ ਅ ਆਸ਼ੀਰਵਾਦ ਸਾਨੂੰ ਕਹਿ ਲਓ, ਸਾਨੂੰ ਬਲੇਸਿੰਗਸ ਕਹਿ ਲਓ ਚਰਨਜੀਤ ਸਿੰਘ ਚੰਨੀ ਸਾਹਿਬ ਸਾਡੇ ਮੁੱਖ ਮੰਤਰੀ ਪੰਜਾਬ, ਕਿਉਂਕਿ ਉਹਨਾਂ ਨੇ ਪਹਿਲੇ ਦਿਨ ਇਹ ਨਾਅਰਾ ਦਿੱਤਾ ਕਿ ਕਿਸੇ ਪ੍ਰਕਾਰ ਦਾ ਕੋਈ ਮਾਫੀਆ ਪੰਜਾਬ ਦੇ ਵਿੱਚ ਨਹੀਂ ਰਹੇਗਾ। ਉਹਨਾਂ ਦੇ ਉਸੇ ਸ਼ਬਦਾਂ ਤੇ ਪਹਿਰਾ ਦਿੰਦੇ ਹੋਏ ਅਸੀਂ ਇਸ ਮੁਹਿੰਮ ਨੂੰ ਜਾਰੀ ਰੱਖਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਐਨੀ ਕੁਐਸਚਨਸ? ਤੁਸੀਂ ਜ਼ਿਕਰ ਕੀਤਾ ਕਿ ਜਿਸ ਤਰੀਕੇ ਨਾਲ 53 ਲੱਖ ਰੁਪਏ ਦੀ ਆਮਦਨ ਹਰ ਦਿਨ ਦੀ ਵਧੀ ਹੈ, ਔਰ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਮਾਫੀਆ ਸੀਗਾ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਪਰ 4.5 ਸਾਲ ਤੋਂ ਤੁਹਾਡੀ ਸਰਕਾਰ ਰਹੀ ਹੈ, ਉਸ ਦੇ ਦੌਰਾਨ ਵੀ ਇਹ ਘਾਟਾ ਪੈਂਦਾ ਰਿਹਾ ਕਿ ਉਸ ਦੇ ਉੱਤੇ ਵੀ ਕਾਰਵਾਈ ਹੋਊਗੀ। ਉਹਨਾਂ
ਲੋਕਾਂ ਨੂੰ ਉਹਨਾਂ ਅਫਸਰਾਂ ਨੂੰ ਤੁਸੀਂ ਕਟੜੇ ਦੇ ਵਿੱਚ ਖੜਾ ਕਰੋਗੇ ਜਿਨ੍ਹਾਂ ਨੇ ਇਹ ਘਾਟਾ ਪਾਇਆ ਸਰਕਾਰ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਕਿ ਸਾਢੇ 4 ਸਾਲ ਸਾਡੀ ਕਾਰਗੁਜ਼ਾਰੀ ਦਾ ਵੀ ਮੈਂ ਪਛਤਾਪ ਕਰਦਾ ਉਹਦੇ ਵਿੱਚ ਨਹੀਂ ਐਂਡ ਮੈਂ ਇਹ ਵੀ ਨਾਲ ਕਹਿ ਚੁੱਕਿਆ ਤੁਸੀਂ ਦੇਖਿਆ ਹੋਣਾ ਸੁਣਿਆ ਹੋਣਾ ਕਿ 50 ਲੱਖ ਗੁਣਾ 15 ਸਾਲ 2700 ਕਰੋੜ ਰੁਪਇਆ ਤੇ ਇਹ ਵੀ ਕਹਿ ਚੁੱਕਿਆ ਕਿ ਜਿਨ੍ਹਾਂ ਲੋਕਾਂ ਨੇ ਕਤਾਈ ਕੀਤੀ ਉਹਨਾਂ ਦੇ